ਅੱਜ ਆਪਾਂ ਪੜਾਂਗੇ ਕੋਆਗੂਲੇਸ਼ਨ ਕੋਐਗੂਲੇਸ਼ਨ ਤੇ ਫਲੋਕੂਲੇਸ਼ਨ ਜਾਂ ਸਿੱਧਾ ਬੋਲਿਆ ਕਰੋ ਕੋਗੂਲੇਸ਼ਨ ਤੇ ਫਲੋਕੂਲੇਸ਼ਨ। ਠੀਕ ਹੈ, ਇੱਥੇ ਸਪੈਲਿੰਗ ਇਹਦੇ ਇਦਾਂ ਹੀ ਹੁੰਦੇ ਨੇ। ਕੋਗੂਲੇਸ਼ਨ ਤੇ ਫਲੋਕੂਲੇਸ਼ਨ ਕੀ ਹੁੰਦਾ? ਇਹਨਾਂ ਆ ਜੋ ਵੀ ਲਿਖਿਆ ਇਹਦਾ ਮੀਨਿੰਗ ਕਲੀਅਰ ਕਰੋ ਇੱਧਰ। ਜਿੱਦਾਂ ਸਾਡੇ ਕੋਲ ਕੋਈ ਨਾ ਕੋਈ ਕੋਲਾਈਡਲ ਸੋਲਿਊਸ਼ਨ ਆ, ਕੋਲਾਈਡਲ ਸੋਲਿਊਸ਼ਨ ਆ, ਇਹਦੇ ਵਿੱਚ ਆਪਾਂ ਪਾਇਆ ਇਲੈਕਟ੍ਰੋਲਾਈਟ, ਇਲੈਕਟ੍ਰੋਲਾਈਟ ਪਾਤਾ ਤੇ ਕੀ ਬਣ ਜਾਣੇ? ਪ੍ਰੈਸੀਪੀਟੇਟ। ਪ੍ਰੈਸੀਪੀਟੇਟ ਇਸ ਪ੍ਰੋਸੈਸ ਨੂੰ ਕਹੀਦਾ ਜੀ ਕੋਗੂਲੇਸ਼ਨ। ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ? ਕੋਗੂਲੇਸ਼ਨ। ਜਿੱਦਾਂ ਕੋਲਾਈਡਲ ਸੋਲਿਊਸ਼ਨ ਹੈਗਾ ਵਾ AgI, ਇਹਦੇ ਆਲੇ ਦੁਆਲੇ ਕੋਈ ਨਾ ਕੋਈ ਚਾਰਜ ਹੈਗਾ, ਮੰਨ ਲਓ I ਨੈਗੇਟਿਵ, ਇਹ ਹੈਗਾ ਵਾ ਕੋਲਾਈਡਲ ਸੋਲਿਊਸ਼ਨ, ਜਿਹਨੂੰ ਨੈਗੇਟਿਵ ਸੋਲ ਵੀ ਕਹਿ ਸਕਦੇ ਕਿਉਂਕਿ ਇਹਦੇ ਆਲੇ ਦੁਆਲੇ ਨੈਗੇਟਿਵ ਚਾਰਜ ਆ। ਆਪਾਂ ਇਹਦੇ ਵਿੱਚ ਪਾਇਆ ਇਲੈਕਟ੍ਰੋਲਾਈਟ NaCl, NaCl ਪਾਇਆ। Na ਦੇ ਉੱਪਰ ਕਿਹੜਾ ਚਾਰਜ ਹੁੰਦਾ? ਪੋਜ਼ਿਟਿਵ, ਤੇ Cl ਉੱਪਰ ਨੈਗੇਟਿਵ। ਇਸ ਪੋਜ਼ਿਟਿਵ ਨੇ ਇਸ ਨੈਗੇਟਿਵ ਨੂੰ ਅਟਰੈਕਟ ਕਰ ਲੈਣਾ। ਸੋਡੀਅਮ ਜਿਹੜਾ ਨਾ, ਜਿਹਨੂੰ ਮੈਂ ਹਟਾ ਹੀ ਦਿੰਦਾ ਵਾ, ਇਸ ਸੋਡੀਅਮ ਦਾ ਆਇਨ ਜਿਹੜਾ ਇਹ ਆਇਓਡਾਈਡ ਨਾਲ ਕੀ ਜੁੜ ਜੂਗਾ? ਇਹਦਾ ਚਾਰਜ ਸਾਰਾ ਲੱਥ ਜਾਣਾ ਤੇ ਇਹ ਕੀ ਬਣ ਜਾਣਾ? AgI ਇਕੱਲਾ ਨਿਊਟਰਲਾਈਜ਼ ਹੋ ਗਿਆ, ਚਾਰਜ ਹਟ ਗਿਆ। ਕੀ ਬਣ ਗਿਆ? ਇਹ ਪ੍ਰੈਸੀਪੀਟੇਟ। ਕੋਲਾਈਡਲ ਸੋਲਿਊਸ਼ਨ ਤੋਂ ਕੀ ਬਣ ਗਿਆ? ਪ੍ਰੈਸੀਪੀਟੇਟ ਵਿਦ ਦਾ ਹੈਲਪ ਆਫ ਇਲੈਕਟ੍ਰੋਲਾਈਟ। ਇਹਨੂੰ ਕਹੀਦਾ ਕੋਗੂਲੇਸ਼ਨ। ਕਲੀਅਰ ਹੋ ਗਿਆ? ਜੇ ਇੱਕ ਲਾਈਨ ਆਪਾਂ ਇੱਥੇ ਬੋਲੀਏ, ਕਨਵਰਜਨ ਆਫ ਕੋਲਾਈਡਲ ਸੋਲਿਊਸ਼ਨ ਇਨਟੂ ਪ੍ਰੈਸੀਪੀਟੇਟ ਬਾਈ ਐਡੀਸ਼ਨ ਆਫ ਇਲੈਕਟ੍ਰੋਲਾਈਟ ਇਜ਼ ਨੋਨ ਐਜ਼ ਕੋਗੂਲੇਸ਼ਨ। conversion of colloidal solution into precipitate by addition of electrolyte called coagulation। ਹੋਰ ਜੇਕਰ ਆਪਾਂ ਜੇ ਸੋਚੀਏ ਜ਼ਿਆਦਾ ਮਾਰਕਸ ਵਿੱਚ ਆਇਆ, ਹੋਰ ਕੋਈ ਚੀਜ਼ ਇੱਥੇ ਐਡ ਕਰਨੀ ਹੋਵੇ, ਇੱਥੇ ਬੇਸਿਕਲੀ ਹੋਇਆ ਕੀ ਆ? ਇਲੈਕਟ੍ਰੋਲਾਈਟ ਨੇ ਇਹਨੂੰ ਨਿਊਟਰਲਾਈਜ਼ ਕਰਤਾ, ਇਹਦਾ ਚਾਰਜ ਖਤਮ ਕਰਤਾ ਨਾ। ਆਪਾਂ ਕਹਿ ਸਕਦੇ ਹਾਂ ਇਨ ਕੋਗੂਲੇਸ਼ਨ electrolyte neutralize the soul of colloid ਜਾਂ colloidal solution, neutralize the colloidal solution। ਧਿਆਨ ਨਾਲ ਸੁਣੀ ਜਾਓ, ਪਤਾ ਲੱਗਣ ਡਿਆ ਨਾ ਚੀਜ਼ਾਂ। ਇਸ ਤੋਂ ਅੱਗੇ ਦੇਖਿਓ, ਜੇਕਰ ਮੈਂ ਇੱਥੇ ਪਾਉਣਾ Mg2+, ਆ ਚੀਜ਼ ਧਿਆਨ ਨਾਲ ਸੁਣੋ। ਜੇ ਤੇ ਹੈਗਾ ਵਾ Na+, ਕੋਗੂਲੇਸ਼ਨ ਹੋਈ ਆ, ਮੰਨ ਲਓ 1 ਮਿੰਟ ਲੱਗਾ ਉਹਨੂੰ। ਜੇਕਰ ਆਪਾਂ Mg2+, ਜੇ Na+ ਆ ਤੇ 1 ਮਿੰਟ ਲੱਗਾ, ਜੇ ਚਾਰਜ ਵੱਡਾ ਆ ਗਿਆ ਤੇ ਅੱਧੇ ਮਿੰਟ 'ਚ ਇਹਨੇ ਖਤਮ ਹੋ ਜਾਣਾ। ਜੇ ਆਪਾਂ ਹੋਰ ਚਾਰਜ ਵੱਡਾ ਲੈ ਆਉਂਦੇ ਆ, ਮਾਈਨਸ ਨੂੰ ਪਲੱਸ ਨਹੀਂ ਖਤਮ ਕਰਨਾ, ਹੋਰ ਜਲਦੀ ਕੋਗੂਲੇਸ਼ਨ ਹੋਊਗੀ। ਫਿਰ ਕੋਗੂਲੇਸ਼ਨ ਕਿਹਦੇ ਤੇ ਡਿਪੈਂਡ ਕਰਦੀ ਪਈ? ਚਾਰਜ ਤੇ। ਕਲੀਅਰ ਹੋ ਗਿਆ? ਠੀਕ ਹੈ, ਆਪਾਂ ਕਹਿ ਸਕਦੇ ਹਾਂ ਮੋਰ ਦਾ ਚਾਰਜ ਔਨ ਇਲੈਕਟ੍ਰੋਲਾਈਟ, easy the coagulation। ਸਿੱਧੀ ਜੀ ਐਗਜ਼ਾਮਪਲ ਜੇ ਤੁਹਾਨੂੰ ਦਵਾਂ, ਜਿਸ ਤਰ੍ਹਾਂ ਮਿਲਕ, ਇੱਧਰ ਧਿਆਨ ਨਾਲ ਸੁਣੋ, ਮਿਲਕ ਤੋਂ ਉਹ ਬਣ ਜਾਂਦਾ ਨਾ ਪਨੀਰ ਵਗੈਰਾ, ਪਨੀਰ ਨੂੰ ਚੀਜ਼ ਹੀ ਕਹਿੰਦੇ ਨਾ। ਇਹਦੇ 'ਚ ਕਨਵਰਟ ਕਰਨਾ ਆਪਾਂ ਮਿਲਕ ਨੂੰ ਚੀਜ਼ ਦੇ ਵਿੱਚ।
ਜਿਹੜਾ ਪਨੀਰ ਹੁੰਦਾ ਨਾ ਇਹ ਹੁੰਦੇ ਪ੍ਰੈਸੀਪੀਟੇਟ ਦਾਣੇ ਜੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਲਿਕੁਇਡ ਨੂੰ ਆਪਾਂ ਪ੍ਰੈਸੀਪੀਟੇਟ 'ਚ ਬਦਲਣਾ ਤੇ ਇਹਦੇ ਵਿੱਚ ਕੁਝ ਨਾ ਕੁਝ ਪਾਓਗੇ ਤਾਂ ਹੀ ਬਦਲੂਗਾ ਕਿ ਆਪਣੇ ਆਪ ਹੀ ਬਦਲ ਜਾਂਦਾ। ਕੋਈ ਪਾਉਂਦੇ ਨਾ ਚੀਜ਼ ਉਹ ਇਲੈਕਟ੍ਰੋਲਾਈਟ ਹੀ ਪਾਈਦਾ ਆਪਾਂ ਬਾਹਰੋਂ ਇਹਦੇ ਵਿੱਚ। ਮਿਲਕ ਇੱਕ ਕੋਲਾਈਡਲ ਸੋਲਿਊਸ਼ਨ ਆ, ਬਾਹਰੋਂ ਇਹਦੇ 'ਚ ਇਲੈਕਟ੍ਰੋਲਾਈਟ ਪਾਤਾ ਤੇ ਇਹ ਪ੍ਰੈਸੀਪੀਟੇਟ ਵਿੱਚ ਬਦਲ ਗਿਆ। ਜੇ ਤੁਹਾਨੂੰ ਹੁਣ ਪੁੱਛਿਆ ਜਾਵੇ ਪੈਪਟਾਈਜ਼ੇਸ਼ਨ ਕੀ ਹੀ, ਇਹ ਤੋਂ ਪੁੱਠੀ ਗੱਲ ਹੁੰਦੀ। ਪੈਪਟਾਈਜ਼ੇਸ਼ਨ ਆਪਾਂ ਪਹਿਲੋਂ ਪੜ੍ਹ ਚੁੱਕੇ ਆ, ਜਿਹੜੇ ਮੈਂ ਤੁਹਾਨੂੰ ਮੈਥਡ ਦੱਸੇ ਕੈਮੀਕਲ ਨਹੀਂ ਫਿਜ਼ੀਕਲ ਮੈਥਡ, ਉਹਦੇ ਵਿੱਚ ਪੈਪਟਾਈਜ਼ੇਸ਼ਨ ਵੀ ਆਇਆ। ਜਦੋਂ ਪ੍ਰੈਸੀਪੀਟੇਟ ਤੋਂ ਆਪਾਂ ਕੀ ਬਣਾਉਨੇ ਕੋਲਾਈਡਲ ਸੋਲਿਊਸ਼ਨ, ਉਹਨੂੰ ਪੈਪਟਾਈਜ਼ੇਸ਼ਨ ਕਹੀਦਾ। ਜਦੋਂ ਕੋਲਾਈਡਲ ਸੋਲਿਊਸ਼ਨ ਤੋਂ ਪੁੱਠਾ ਕਰਦੇ ਪ੍ਰੈਸੀਪੀਟੇਟ ਬਣਾਉਨੇ ਉਹਨੂੰ ਕੋਗੂਲੇਸ਼ਨ ਕਹਿੰਦੇ ਨੇ। ਸਮਝਣਾ ਆ ਚਾਰਜ ਵਾਲੀ ਗੱਲ ਵੀ ਯਾਦ ਰੱਖ ਲਿਓ, ਜਿੰਨਾ ਵੱਡਾ ਚਾਰਜ ਹੋਊਗਾ ਆਸਾਨੀ ਨਾਲ ਕੋਗੂਲੇਸ਼ਨ ਹੋਊਗੀ। ਲਾਸਟ ਇੱਕ ਲਾਈਨ ਲਿਖਣ ਲੱਗਾ ਵਾਂ, ਜਿਹੜੀ ਕੋਗੂਲੇਟਿੰਗ ਪਾਵਰ ਆ, ਕੋਗੂਲੇਟਿੰਗ ਪਾਵਰ ਕਿਹਦੇ ਤੇ ਡਿਪੈਂਡ ਕਰਦੀ ਆ? ਚਾਰਜ ਤੇ। ਇੱਥੇ ਮੈਂ ਵਰਡ ਵਰਤਣ ਡਿਆ ਕੋਗੂਲੇਟਿੰਗ ਪਾਵਰ, ਜਲਦੀ ਕੋਗੂਲੇਸ਼ਨ ਹੋਣਾ। ਜਿੰਨਾ ਜ਼ਿਆਦਾ ਚਾਰਜ ਹੋਊਗਾ ਉਨੀ ਜ਼ਿਆਦਾ ਕੋਗੂਲੇਟਿੰਗ ਪਾਵਰ। ਕੋਗੂਲੇਟਿੰਗ ਪਾਵਰ ਉਹ ਕਿਹਦੇ ਤੇ ਡਿਪੈਂਡ ਕਰਦੀ ਆ? ਚਾਰਜ ਤੇ। ਜਿੰਨਾ ਜ਼ਿਆਦਾ ਚਾਰਜ ਹੋਊਗਾ ਉਨੀ ਜ਼ਿਆਦਾ ਕੋਗੂਲੇਟਿੰਗ ਪਾਵਰ। ਉਹ ਜਿਹੜੀ ਲਾਈਨ ਆ ਨਾ ਉਹਨੂੰ ਇਦਾਂ ਲਿਖਦਾ। ਇਹਨੂੰ ਕਿਹੜਾ ਰੂਲ ਕਹਿੰਦੇ ਆ? ਇਹਨੂੰ ਕਹਿੰਦੇ ਆ ਹਾਰਡੀ, ਕਈ ਤੇ ਇਹਨੂੰ ਬੋਲਦੇ ਸਕਲਜ, ਪਰ ਇਹਨੂੰ ਤੁਸੀਂ ਬੋਲਣਾ ਸੁਲਜੀ। ਜਿੱਦਾਂ ਮੈਂ ਤੁਹਾਨੂੰ ਹਰ ਵਾਰ ਦੱਸਦਾ ਰਹਿਣਾ ਵੀ ਇਹਨਾਂ ਦੀ ਪ੍ਰੋਨਾਊਂਸੀਏਸ਼ਨ ਜਿਹੜੀ ਐਗਜ਼ੈਕਟ ਆ ਉਹ ਹੋ ਰਿਹਾ, ਤੇ ਜੋ ਸਾਡੇ ਕੋਲ ਬੋਲਿਆ ਜਾਂਦਾ ਸੌਖਾ ਉਹ ਹੋ ਰਿਹਾ। ਤੁਹਾਨੂੰ ਜਿੱਥੇ ਵੀ ਪੜ੍ਹਾਇਆ ਜਾਂਦਾ ਕਲਾਸ ਵਿੱਚ ਉਹਨਾਂ ਨੇ ਕਹਿਣਾ ਸਕਲਜ, ਹਾਰਡੀ ਸਕਲਜ ਰੂਲ, ਪਰ ਇਹਨੂੰ ਕਹਿਣਾ ਹਾਰਡੀ ਸੁਲਝੇ ਰੂਲ। ਠੀਕ ਹੈ, ਸੁਲਝੇ ਹੁੰਦਾ ਜੀ, ਹਾਰਡੀ ਸੁਲਝੇ ਰੂਲ। ਪੰਜਾਬੀ ਜੀ ਲੱਗਦੀ ਸੁਲਝੇ ਪਰ ਸਕਲਜ ਨਹੀਂ ਹੁੰਦਾ, ਐਗਜ਼ੈਕਟ ਇਹੋ ਹੀ ਹੈ। ਨੈਕਸਟ ਨਾ ਇੱਕ ਗੋਲਡ ਨੰਬਰ ਆ, ਰੂਲ ਕਹਿ ਲਓ ਜਿੱਦਾਂ ਮਰਜ਼ੀ, ਇੰਪੋਰਟੈਂਟ ਹੈ ਚੀਜ਼, ਉਹਨੂੰ ਸਮਝ ਲਿਓ ਚੱਜ ਨਾਲ। ਡਾਇਗਰਾਮ ਦੇ ਵਿੱਚ ਪਹਿਲੋਂ ਕਲੀਅਰ ਕਰਿਓ, ਜਿਸ ਤਰ੍ਹਾਂ ਆ ਸਾਡੇ ਕੋਲ ਕੋਈ ਨਾ ਕੋਈ ਸੋਲਿਊਸ਼ਨ ਆ 10 ml, ਸਿਰਫ 10 ml ਲੈਣਾ। 10 ml ਕੋਈ ਗੋਲਡ ਸੋਲ ਆ। ਸੋਲ ਜਿੱਦਾਂ ਆਪਾਂ ਪੜ੍ਹਦੇ ਨਾ, ਸੋਲ, ਜੈਲ, ਇਮਲਸ਼ਨ, ਇਹ ਸਾਰੇ ਕੋਲਾਈਡਲ ਸਿਸਟਮ ਹੀ ਹੁੰਦੇ ਨੇ। ਕੋਈ ਨਾ ਕੋਈ ਕੋਲਾਈਡਲ ਸੋਲਿਊਸ਼ਨ ਆ ਕਾਹਦਾ? ਗੋਲਡ ਦਾ। ਨੋਟ ਦੇ ਅੰਡਰ ਇੱਕ ਚੀਜ਼ ਪਹਿਲੋਂ ਸਿੱਖੋ, ਜਿਹੜੀ ਗੋਲਡ ਸੋਲ ਹੁੰਦੀ ਹੈ ਨਾ ਇਹ ਹੁੰਦੀ ਲਾਇਓਫੋਬਿਕ। ਲਾਇਓਫੋਬਿਕ ਜਿਹੜੀਆਂ ਸੋਲਸ ਹੁੰਦੀਆਂ ਇਹ ਅਨਸਟੇਬਲ ਹੁੰਦੀਆਂ, ਇਹਨਾਂ ਨੇ ਜਲਦੀ ਜਿਹੜਾ ਵਾ ਕੋਲਾਈਡਲ ਸੋਲਿਊਸ਼ਨ ਤੋਂ ਪ੍ਰੈਸੀਪੀਟੇਟ ਬਣ ਜਾਂਦੇ। ਆਪਾਂ ਇਹ ਚੀਜ਼ ਹੁਣੇ ਡਿਸਕਸ ਕੀਤੀ ਨਾ, ਕੋਲਾਈਡਲ ਸੋਲਿਊਸ਼ਨ ਤੋਂ ਪ੍ਰੈਸੀਪੀਟੇਸ਼ਨ ਹੋਣਾ ਕੋਗੂਲੇਸ਼ਨ ਕਹਿੰਦੇ ਉਹਨੂੰ। ਕਿੱਦਾਂ ਹੁੰਦੀ ਸੀ ਪ੍ਰੈਸੀਪੀਟੇਸ਼ਨ? ਜਦੋਂ ਆਪਾਂ ਕੀ ਪਾਉਨੇ ਪਏ ਸੀ Na+, ਇੱਦਾਂ ਹੁੰਦੀ ਪਈ ਸੀ ਨਾ, ਚਾਰਜ ਇਹਦਾ ਖਤਮ ਹੋ ਜਾਂਦਾ ਸੀ। ਇਹਦਾ ਜਿਹੜਾ ਚਾਰਜ ਹੋਊਗਾ ਆਲੇ ਦੁਆਲੇ ਪੂਰਾ ਖਤਮ ਹੋ ਜਾਣਾ, ਤੇ ਇਹਨੇ ਕਿੱਚ ਬਦਲ ਜਾਣਾ ਹੁੰਦਾ ਪ੍ਰੈਸੀਪੀਟੇਸ਼ਨ 'ਚ। ਆ ਜਿਹੜਾ Na+ ਪਾਉਣਾ ਵਾ, ਇਹ ਕਿੰਨਾ ਪਾਉਣਾ ਵਾ? ਇਹ ਪਾਉਣਾ ਵਾ 10%। 10% weight by weight ਹੋ ਸਕਦਾ, 10% weight by volume ਹੋ ਸਕਦਾ। ਠੀਕ ਹੈ, ਤੁਸੀਂ ਜੇ ਇੱਥੇ ਪੂਰਾ NaCl ਲਿਖੋ ਹੋਰ ਕਰੈਕਟ ਆ, ਪਰ ਇਹਦੇ ਵਿੱਚੋਂ ਮੇਨ ਕੰਮ ਕਿੰਨੇ ਕਰਨਾ? Na+ ਨੇ। NaCl ਦੀ ਜਗ੍ਹਾ ਤੇ ਜੇਕਰ ਤੁਸੀਂ ਬ੍ਰਾਈਨ ਸੋਲਿਊਸ਼ਨ ਲਿਖ ਦਿੰਨੇ ਉਹ ਹੋਰ ਵਧੀਆ। NaCl ਨੂੰ ਦਾ ਸੋਲਿਊਸ਼ਨ ਜਿਹੜਾ ਹੁੰਦਾ ਨਾ, ਜਿਹਨੂੰ ਵਾਟਰ ਦੇ ਵਿੱਚ ਪਾਈਏ ਤੇ ਇਹਨੂੰ ਕਿਹੜਾ ਸੋਲਿਊਸ਼ਨ ਕਹਿੰਦੇ ਨੇ? ਬ੍ਰਾਈਨ ਸੋਲਿਊਸ਼ਨ। ਫਿਲਹਾਲ ਤੁਹਾਨੂੰ ਆਹ ਦੋ ਚੀਜ਼ਾਂ ਸਮਝ ਆਉਂਦੀਆਂ ਪਈਆਂ।
ਸਾਡੇ ਕੋਲ ਕੋਲਾइडल ਸੋਲਿਊਸ਼ਨ ਹੀ ਉਹਦੇ ਵਿੱਚ ਆਪਾਂ ਇਲੈਕਟ੍ਰੋਲਾਈਟ ਪਾਇਆ ਤੇ ਇਹਦੀ ਪ੍ਰੈਸੀਪੀਟੇਸ਼ਨ ਹੋਣ ਲੱਗੀ ਆ। ਆਪਾਂ ਇਹਦੀ ਪ੍ਰੈਸੀਪੀਟੇਸ਼ਨ ਹੋਣ ਤੋਂ ਇਹਨੂੰ ਬਚਾਉਣਾ ਵਾ। ਆਪਾਂ ਬਾਹਰੋਂ ਕੋਈ ਮਿਲੀਗ੍ਰਾਮ ਦੇ ਵਿੱਚ ਚੀਜ਼ ਪਾਉਣੀ ਆ, ਉਹ ਚੀਜ਼ ਕਿਹੜੀ ਹੋਊਗੀ? ਲਾਇਓਫਿਲਿਕ। ਲਾਇਓਫਿਲਿਕ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਕਹੀਦਾ ਪ੍ਰੋਟੈਕਟਿਵ ਸੋਲਸ। ਜੇ ਇੱਥੇ ਹਜੇ ਨਹੀਂ ਪਤਾ ਲੱਗਾ ਇੱਧਰ ਸਮਝਿਓ, ਫੇਰ ਹੀ ਇਹਦੀ ਸਟੇਟਮੈਂਟ ਆਪਾਂ ਲਿਖਾਂਗੇ। ਸਾਡੇ ਕੋਲ ਕਿਹੜੀ ਸੋਲ ਹੈਗੀ ਸੀ? ਗੋਲਡ ਦੀ, ਜਿਹਨੂੰ ਆਪਾਂ ਕੀ ਕਿਹਾ? ਲਾਇਓਫੋਬਿਕ। ਲਾਇਓਫੋਬਿਕ ਸੋਲ ਕਹਿਤਾ। ਇਹਦੇ ਉੱਪਰ ਕੋਈ ਨਾ ਕੋਈ ਚਾਰਜ ਹੀ, ਭਾਵੇਂ ਪਲੱਸ ਭਾਵੇਂ ਮਾਈਨਸ। ਜੇ ਚਾਰਜ ਖਤਮ ਹੋ ਗਿਆ ਤੇ ਇਹ ਕੋਲਾइडल ਨਹੀਂ ਰਹਿੰਦਾ। ਇਹਨੂੰ ਆਲੇ ਦੁਆਲਿਓਂ ਪ੍ਰੋਟੈਕਟ ਕਰਨਾ ਆਪਾਂ ਵੀ ਇਹਦਾ ਚਾਰਜ ਨਾ ਕੋਈ ਖਤਮ ਕਰ ਸਕੇ। ਪ੍ਰੋਟੈਕਟ ਕਿਹਦੇ ਨਾਲ ਕਰਨਾ ਵਾ? ਲਾਇਓਫਿਲਿਕ ਦੇ ਨਾਲ। ਪ੍ਰੋਟੈਕਟ ਕਿਹਦੇ ਨਾਲ ਕਰਨਾ? ਲਾਇਓਫਿਲਿਕ ਦੇ ਨਾਲ। ਤੇ ਲਾਇਓਫਿਲਿਕ ਜਿਹੜਾ ਵਾ ਇਹਨੂੰ ਕਹੀਦਾ ਵਾ ਪ੍ਰੋਟੈਕਟਿਵ ਸੋਲ। ਹੁਣ Na+ ਆਊਗਾ ਤੇ ਇਹਦਾ ਕੁਝ ਨਹੀਂ ਵਿਗਾੜ ਸਕਦਾ। ਆਪਾਂ ਇਹਦੇ ਪ੍ਰੈਸੀਪੀਟੇਟ ਨਹੀਂ ਬਣਨ ਦਿੱਤੇ। ਤੇ ਜਿੰਨੇ ਮਿਲੀਗ੍ਰਾਮ ਦੇ ਵਿੱਚ ਇਹਨੂੰ ਪਾਇਆ ਜਾਂਦਾ ਲਾਇਓਫਿਲਿਕ ਨੂੰ, ਉਹਨੂੰ ਕਹੀਦਾ ਗੋਲਡ ਨੰਬਰ। ਉਹਨੂੰ ਕੀ ਕਹੀਦਾ? ਗੋਲਡ ਨੰਬਰ। ਇੱਥੇ ਵੇਖਿਓ ਲਿਖਦੇ ਆਪਾਂ ਅਮਾਊਂਟ ਇਨ ਮਿਲੀਗ੍ਰਾਮ। ਅਮਾਊਂਟ ਇਦਾਂ ਹੀ ਹੁੰਦਾ ਨਾ, ਠੀਕ ਹੈ। ਅਮਾਊਂਟ ਇਨ ਮਿਲੀਗ੍ਰਾਮ ਦੇ ਵਿੱਚ ਹੋਣਾ ਚਾਹੀਦਾ। ਜੇ ਵੀ ਯਾਦ ਰੱਖ ਲਿਓ ਮਿਲੀਗ੍ਰਾਮ 'ਚ ਹੀ ਹੁੰਦਾ, ਮਿਲੀਗ੍ਰਾਮ ਦੇ ਵਿੱਚ ਹੀ ਹੈ। ਅਮਾਊਂਟ ਇਨ ਮਿਲੀਗ੍ਰਾਮ ਆਫ ਲਾਇਓਫਿਲਿਕ ਕੋਲਾइड स्पेलिंग यार देखी जाओ। अमाउंट इन मिलीग्राम ऑफ लायोफिलिक कोलाइड्स टू प्रिवेंट गोल्ड सोल फॉर कोगुलेशन। आप इनू बचाना यदि कोगुलेशन ना हो सके। कोगुलेशन करन कौन आया ही? NaCl बाय 10% ऑफ 1 ml NaCl। 10% ਹੋਵੇ ਤੇ 1 ml ਵੀ ਹੋਵੇ। ਦੇਖੋ ਇਹ ਜਿਹੜੀ ਸਟੇਟਮੈਂਟ ਹੈ ਨਾ, ਇਹਦੇ ਵਿੱਚ ਆ ਚੀਜ਼ਾਂ ਪੂਰੀਆਂ ਫਿਕਸ ਆ। 10 ml ਹੀ ਲੈਣਾ ਤੇ 1 ml ਇਹਦਾ 10% weight by weight। ਆ ਚੀਜ਼ ਵੀ ਯਾਦ ਰੱਖ ਲਿਓ, ਇਹ weight by weight ਵੀ ਹੋ ਸਕਦਾ, weight by volume ਵੀ ਹੋ ਸਕਦਾ। 1 ml NaCl 10% ਤੇ ਇਧਰੋਂ ਚੀਜ਼ ਕਿਹਦੇ 'ਚ ਪਾਉਣੀ ਆਪਾਂ? ਮਿਲੀਗ੍ਰਾਮ ਦੇ ਵਿੱਚ। बस उपर वो स्टेटमेंट कवर हो गई आ ते हेठां आ चीज़ दे क्वेश्चन एक दिन ना देखियो, समझ आ जाऊगा। ऊपर वाली स्टेटमेंट लिख ली
बन गया, बन गया। क्वेश्चन सॉल्व करो आपे हुण। ਇਹਦਾ देखो जे तो पिछला गोल्ड नंबर समझ आ गया तो फिर तो ਇਹਦਾ कुछ भी नहीं औखा। इत्थे क्या की आ देखो 10 ml लिखिया, फिर वो चीज़ डेफिनेशन क्लीयर होने लगी आ 10 ml ही आ चीज़ां फिक्स ही ना। इत्थे की हुंदा ही 1 ml NaCl जिन्हों ब्राइन सोल्यूशन मैं दसता ही 10% नाल इहने इनू खराब कर देना। तो ये तो बचाना बाहरों की पाना आपां एक लायोफिलिक, तो लायोफिलिक किहदे विच होना चाहिए मिलीग्राम दे विच। ते ये लायोफिलिक किहड़ा पाउंदे पे आ जैलेटिन, किन्ने ग्राम पाउंदे पे 0.25 ग्राम, 0.025 ग्राम। तो इहनूं मिलीग्राम च बदल दो, ही गोल्ड नंबर विचे आंसर ही क्वेश्चन दे आ चीज़ ही ना। इनू किस च बदलना ही सिर्फ तुसीं मिलीग्राम दे विच 1000 नाल डिवाइड करके बदली दा कि मल्टीप्लाई। ग्राम छोटा मिलीग्राम छोटा हुंदा, मल्टीप्लाई करना किन्ने ना 1000 ना ही हुंदा, शायद 1000 ना ही हुंदा। तो ये पॉइंट तो आ जीरो कैंसल हो जानियां, किन्ना आ गया सिर्फ 25 मिलीग्राम। इनू कहंदे जे गोल्ड नंबर। गोल्ड नंबर की डेफिनेशन च लिखा ना इट इज़ लायोफिलिक सोल इन मिलीग्राम। तो यहो ही है लायोफिलिक जैलेटिन, उन्होंने मिलीग्राम च बदल दो, ग्राम च दिता। फार्मूला तो मैं कोई दसिया ही नहीं जेड़ा जे तुसीं कोई लाने पे। चल कोशिश तो करता पिया ना। नेक्स्ट हेडिंग आ गया प्योरीफिकेशन और प्रेसिपिटेशन ऑफ कोलाइड्स। प्योरीफिकेशन कल्ला लिख लो, प्योरीफिकेशन ऑफ कोलाइड्स। मैथड्स आपां पढ़ने आ जिन्हां नाल आपां कोलाइड्स नूं प्योरीफाई कर सकीए। फस्ट आ गया डायलाइसिस। डायलाइसिस दे विच वेखो हुंदा की आ, फिर इहदी वर्डिंग लिखदे आ जिद्दां तुहानूं मैं रिवर्स ऑसमोसिस समझाया ही। मिडल दे विच की हुंदी ही सैमी परमीएबल मैंबरेन, इत्थे कोई ना कोई मैंबरेन आ, मैंबरेन आ। इधरले बन्ने हैगा वा कोलाइडल सल्यूशन, कोलाइडल सल्यूशन। इनू आपां प्योरीफाई करना वा किद्दां कर सकदे, इनू किहदे चों पास कराउणा आपां मैंबरेन दे विच्चों। ते कोलाइडल सल्यूशन दे पार्टिकल दा साइज़ वड्डा हुंदा, कित्थों तक हुंदा 10 दी पावर -5 तो लैके 10 दी पावर -7 तक। इहदे चों पास ही नहीं हुंदा। ते इहदे चों किहड़ी चीज़ पास हो जांदी, सॉल्वेंट, सॉल्वेंट मॉलीक्यूल। जिद्दां आपां कह लो सैपरेट कीता डिस्पर्स्ड फेस ते डिस्पर्शन मीडियम। सॉल्वेंट की हुंदा ही डिस्पर्शन मीडियम, कोलाइडल सल्यूशन या सल्यूशन दे विच सल्यूट ते सॉल्वेंट दोनों होणगे ना। इधरले बन्ने नूं पास कराया ते ये ते पास नहीं होए, बाकी जिन्नियां भी चीज़ां सारियां पास हो गई ते प्योरीफाई हो गया। आपां किद्दां लिखांगे, डायलाइसिस दे विच कोलाइडल सल्यूशन, कोलाइडल सल्यूशन passes through membrane small size solvent molecule passed large size colloidal particle do not pass।
ਕੋਲਾਈਡਲ ਪਾਰਟੀਕਲ ਡੂ ਨਾਟ ਪਾਸ, ਤੇ ਇੱਕ ਦੂਜੇ ਨਾਲੋਂ ਸੈਪਰੇਟ ਹੋ ਜਾਂਦੇ, ਜਾਂ ਕਹਿ ਲਓ ਪਿਊਰੀਫਾਈ ਹੋ ਜਾਂਦਾ। दूसरा दो ही मैथड आप करने आ। सैकेंड इलैक्ट्रोफोरेसिस सुनिया ना, कल परसों कीता ही इलैक्ट्रोफोरेसिस। इलैक्ट्रोफोरेसिस दे विच तुहानूं मैं दस्सिया ही जिस तरह एक कैथोड आ एक एनोड आ। एनोड कैथोड आ, इत्थे हैगा कोलाइडल सल्यूशन। कोलाइडल सल्यूशन इहदे विच चार्ज हुंदा कोई ना कोई, ਇਹਦੇ ਉੱਪਰ ਇੱਕ ਫਿਕਸਡ ਲੇਅਰ ਹੁੰਦੀ, ਇੱਕ ਮੋਬਾਈਲ ਲੇਅਰ ਹੁੰਦੀ। ਜੇ ਇੱਥੇ ਪਲੱਸ ਆ ਤੇ ਬਾਰ-ਬਾਰ ਕੀ ਹੁੰਦਾ ਮਾਈਨਸ। ਪਲੱਸ ਕਿੱਧਰ ਚਲ ਜਾਂਦਾ, ਐਨੋਡ ਤੇ ਕਿਹੜਾ ਚਾਰਜ ਹੁੰਦਾ ਪੋਜ਼ਿਟਿਵ, ਤੇ ਇੱਧਰ ਕਿਹੜਾ ਨੈਗੇਟਿਵ। ਪਲੱਸ ਚਲ ਜਾਣਾ ਕੈਥੋਡ ਤੇ ਮਾਈਨਸ ਚਲ ਜਾਣਾ ਕਿਹਦੇ ਤੇ ਐਨੋਡ ਤੇ। ਵੀ ਇਹਦੇ ਵਾਲੀਆਂ ਚੀਜ਼ਾਂ ਵੀ ਸੈਪਰੇਟ ਹੋ ਗਈਆਂ। ਓਪੋਜ਼ਿਟਲੀ ਚਾਰਜ ਆਇਨ ਕਿੱਧਰ ਜਾਊਗਾ, ਓਪੋਜ਼ਿਟਲੀ ਚਾਰਜ ਇਲੈਕਟ੍ਰੋਡ ਤੇ। ਓਪੋਜ਼ਿਟਲੀ ਚਾਰਜ ਆਇਨ डिपॉजिट ऑन ओपोजिटली चार्ज इलैक्ट्रोड, इनू आपां कहीदा वा इलैक्ट्रोफोरेसिस। इलैक्ट्रोफोरेसिस बस दो मैथड ही है, याद रख लियो। एक च चार्ज सैपरेट कीता, एक च सॉल्वेंट मॉलीक्यूल नू सैपरेट कीता। तुसीं सिलेबस देखिया, कैटालिस्ट हैगा सिलेबस च, दोवां च नहीं है, CBSE बोर्ड च भी नहीं ना हैगा, पक्का पता। फिर अपना यूनिट खत्म होया, क्योंकि लास्ट ते की ही कैटालिस्ट ते एंजाइम भी नहीं होना फिर। बस ठीक है, उदा नहीं तो अपना 1-2 दिन का हैगा ही, पर जे सिलेबस चो घटाता फिर उन्होंने आपां नहीं। ओके ठीक है ना, नहीं ना हैगा, बस ठीक है। फिर ना ही करिए। इत्थों तक अपना सिलेबस हो गया, कैटालिस्ट नहीं आपां करना। अपना ये यूनिट खत्म होया, हुण देखांगे शायद इलैक्ट्रोकैमिस्ट्री स्टार्ट करांगे आपां।